ਹੈਲੋ ਸਟੂਡੈਂਟਸ, ਅੱਜ ਆਪਾਂ 9th ਕਲਾਸ ਦੀ ਸਾਹਿਤਕ ਰੰਗ ਦੇ ਵਿੱਚੋਂ ਤੀਸਰੀ ਕਹਾਣੀ ਦੁੱਧ ਅਤੇ ਪੁੱਤ ਕਹਾਣੀ ਬਾਰੇ ਵਿਚਾਰ ਕਰਾਂਗੇ, ਜਿਸ ਨੂੰ ਬਚਿੰਤ ਕੌਰ ਨੇ ਲਿਖਿਆ ਹੋਇਆ ਹੈ। ਬਚਿੰਤ ਕੌਰ ਇੱਕ ਅਜਿਹੀ ਲੇਖਿਕਾ ਹੈ ਜਿਸ ਦਾ ਨਾਮ ਪੰਜਾਬੀ ਕਹਾਣੀ ਖੇਤਰ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਹੈ। ਇਸ ਕਹਾਣੀ ਵਿੱਚ ਲੇਖਿਕਾ ਨੇ ਇੱਕ ਬਜ਼ੁਰਗ ਪਾਤਰ, ਇੱਕ ਬਜ਼ੁਰਗ ਇਨਸਾਨ ਦੀ ਕਹਾਣੀ ਹੈ ਜਿਸ ਦਾ ਨਾਮ ਬਾਬਾ ਬਾਰੂ ਹੈ ਅਤੇ ਇਹ ਕਹਾਣੀ ਬੜੀ ਦੁੱਖ ਭਰੀ ਕਹਾਣੀ ਹੈ ਜਿਸ ਨੂੰ ਉਸਨੇ ਬਿਆਨ ਕੀਤਾ ਹੈ। ਬਾਬਾ ਬਾਰੂ, ਜਿਸ ਦੇ ਕਿ 5 ਪੁੱਤਰ ਸਨ ਅਤੇ ਉਹਨਾਂ ਦੇ ਨਾਮ ਕਰਤਾਰਾ, ਪ੍ਰੀਤੂ, ਤਲੋਕਾ, ਦਿਆਲਾ ਅਤੇ ਇੱਕ ਮੁੰਡਾ ਉਸਦਾ ਬਾਹਰ ਨੌਕਰੀ ਕਰ ਰਿਹਾ ਸੀ। ਨਾਮ ਦੁਆਰਾ ਫਿਰ ਰਿਪੀਟ ਕਰ ਦਿੰਦੀ ਹੈ। ਕਰਤਾਰਾ, ਪ੍ਰੀਤੂ, ਤਲੋਕਾ, ਦਿਆਲਾ ਅਤੇ ਇੱਕ ਬਾਹਰ ਨੌਕਰੀ ਕਰਨ ਵਾਲਾ ਮੁੰਡਾ ਸੀ। ਬਾਬਾ ਬਾਰੂ, ਜਿਸ ਦੀ ਘਰਵਾਲੀ ਮਰ ਚੁੱਕੀ ਸੀ, ਜਦੋਂ ਉਸ ਦੀ ਘਰਵਾਲੀ ਮਰ ਗਈ ਤਾਂ ਉਸਦੇ ਮਰਨ ਤੋਂ ਬਾਅਦ ਜੋ ਭੋਗ ਪਾਇਆ ਜਾਂਦਾ ਹੈ, ਭੋਗ 'ਤੇ 5 ਪੁੱਤਰਾਂ ਨੇ ਇਹ ਫੈਸਲਾ ਕੀਤਾ ਕਿ ਹੁਣ ਆਪਣੇ ਬਾਪੂ ਨੂੰ ਆਪਾਂ 3-3 ਮਹੀਨੇ ਆਪਣੇ ਘਰੇ ਬਿਠਾ ਕੇ ਰੋਟੀ ਦੇਵਾਂਗੇ, ਕਿਉਂਕਿ 5 ਪੁੱਤਰ ਜਿਹੜੇ ਹੈ ਉਹ ਅੱਡ-ਅੱਡ ਥਾਵਾਂ 'ਤੇ ਆਪਣਾ ਕੰਮਕਾਰ ਕਰ ਰਹੇ ਹੁੰਦੇ ਹੈ, ਤਾਂ ਜਿਸ ਕਰਕੇ ਸਾਰੇ ਪੁੱਤਰਾਂ ਦੇ ਲਈ ਆਪਣੇ ਪਿਤਾ ਨੂੰ ਇੱਕ ਥਾਂ 'ਤੇ ਰੋਟੀ ਖਵਾਉਣਾ ਔਖਾ ਲੱਗਦਾ ਹੈ। ਤਾਂ ਉਹ 5 ਪੁੱਤਰ ਰਲ ਕੇ ਫੈਸਲਾ ਕਰਦੇ ਹਨ ਕਿ ਅਸੀਂ ਆਪਣੇ ਪਿਤਾ ਨੂੰ ਅਸੀਂ 3-3 ਮਹੀਨੇ ਆਪਣੇ ਘਰੇ ਰੋਟੀ ਦੇਵਾਂਗੇ ਅਤੇ ਉਸਦੀ ਦੇਖਭਾਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਕਿਸ ਦੇ ਘਰੇ ਜਾਣ ਦੀ ਵਾਰੀ ਆਉਂਦੀ ਹੈ? ਉਸਦੀ ਕਰਤਾਰੇ ਦੇ ਘਰੇ ਜਾਣ ਦੀ ਵਾਰੀ ਆਉਂਦੀ ਹੈ, ਕਿਉਂਕਿ ਕਰਤਾਰਾ ਸਭ ਤੋਂ ਵੱਡਾ ਮੁੰਡਾ ਹੁੰਦਾ ਹੈ ਅਤੇ ਜਿਹੜਾ ਬਾਬਾ ਬਾਰੂ ਹੁੰਦਾ ਹੈ ਉਸ ਦਾ ਵੀ ਕਰਤਾਰੇ ਦੇ ਘਰੇ ਰਹਿਣ ਨੂੰ ਹੀ ਮਨ ਜ਼ਿਆਦਾ ਕਰਦਾ ਹੁੰਦਾ ਹੈ। ਕਿਉਂ ਰਹਿਣ ਨੂੰ ਮਨ ਕਰਦਾ? ਕਿਉਂਕਿ ਬਾਬਾ ਬਾਰੂ ਦੇ ਨਾਲ ਹੀ ਉਸ ਦੀ ਇੱਕ ਜਿਹੜਾ ਛੋਟਾ ਭਰਾ ਹੁੰਦਾ ਹੈ, ਬਾਬਾ ਜਿਹੜਾ ਬਾਰੂ ਉਹਦਾ ਛੋਟਾ ਭਰਾ, ਉਹ ਉਸਦੇ ਮੁੰਡੇ ਕਰਤਾਰੇ ਦੇ ਘਰ ਦੇ ਨਾਲ ਹੀ ਉਸਦਾ ਘਰ ਹੁੰਦਾ ਹੈ, ਜਿਸ ਦੇ ਕਰਕੇ ਕਿ ਉਸਦਾ ਮਨ ਉੱਥੇ ਜ਼ਿਆਦਾ ਲੱਗਦਾ ਹੈ, ਕਿਉਂਕਿ ਉਹ ਆਪਣੇ ਮਨ ਦੀਆਂ, ਆਪਣੇ ਦਿਲ ਦੀਆਂ ਗੱਲਾਂ ਆਪਣੇ ਛੋਟੇ ਭਰਾ ਦੇ ਨਾਲ ਉੱਥੇ ਹੀ ਕਰਦਾ ਹੈ। ਪਰੰਤੂ ਜਦੋਂ 3 ਮਹੀਨੇ ਬੀਤ ਚੁੱਕਦੇ ਹੁੰਦੇ ਹਨ ਤਾਂ ਕਰਤਾਰੇ ਦੀ ਪਤਨੀ ਉਸ ਨੂੰ ਤਾਨੇ ਦਿੰਦੀ ਹੈ ਕਿ 3 ਮਹੀਨੇ ਹੋ ਗਏ, ਤੈਨੂੰ ਬਾਹਰਲੇ ਘਰੋਂ ਹਲੇ ਕੋਈ ਵੀ ਲੈਣ ਨਹੀਂ ਆਇਆ। ਪਰੰਤੂ ਬਾਬਾ ਬਾਰੂ ਨਹੀਂ ਸੀ ਚਾਹੁੰਦਾ ਕਿ ਉਹ ਕਿਸੇ ਹੋਰ ਪੁੱਤਰ ਦੇ ਘਰੇ ਜਾਵੇ, ਪਰੰਤੂ ਉਹ ਉਸ ਨੂੰ ਤਾਨੇ ਮਾਰਦੀ ਕਹਿੰਦੀ ਹੈ ਕਿ ਤੇਰਾ ਹੁਣ ਇੱਥੋਂ 3 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ, ਤੈਨੂੰ ਹੁਣ ਆਪਣੇ ਦੂਸਰੇ ਪੁੱਤਰਾਂ ਦੇ ਘਰੇ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਕਰਤਾਰੇ ਤੋਂ ਬਾਅਦ ਉਹ ਆਪਣੇ ਪੁੱਤਰ ਪ੍ਰੀਤੂ ਦੇ ਘਰੇ ਚਲਾ ਜਾਂਦਾ ਹੈ। ਤਾਂ ਪ੍ਰੀਤੂ ਜਿਹੜਾ ਹੁੰਦਾ ਹੈ, ਬਹੁਤ ਹੀ ਪ੍ਰੀਤੂ ਦੇ ਘਰੇ ਜਾਣ ਦਾ ਬਾਬੇ ਬਾਰੂ ਦਾ ਕੋਈ ਵੀ ਮਨ ਨਹੀਂ ਹੁੰਦਾ। ਕਿਉਂ ਨਹੀਂ ਮਨ ਹੁੰਦਾ? ਕਿਉਂਕਿ ਪ੍ਰੀਤੂ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਹੈ ਅਤੇ ਸ਼ਰਾਬ ਪੀ ਕੇ ਆਪਣੇ ਪਰਿਵਾਰ ਦੇ ਨਾਲ ਲੜਾਈ ਝਗੜਾ ਕਰਦਾ ਹੈ। ਤਾਂ ਉਸ ਵੇਲੇ ਇਹ ਕਹਿੰਦਾ ਹੈ, ਬਾਬਾ ਬਾਰੂ ਕਹਿੰਦਾ ਹੈ ਕਿ ਮੈਂ ਪ੍ਰੀਤੂ ਦੇ ਘਰੇ ਨਹੀਂ ਜਾਣਾ, ਪਰੰਤੂ ਉਸ ਨੂੰ ਮਜਬੂਰੀ ਵਸ ਆਪਣੇ ਪ੍ਰੀਤੂ ਪੁੱਤਰ ਦੇ ਘਰੇ ਜਾਣਾ ਪੈਂਦਾ ਹੈ। ਪਰੰਤੂ ਪ੍ਰੀਤੂ ਪੁੱਤਰ ਦੀ ਘਰਵਾਲੀ ਜਿਹੜੀ ਹੁੰਦੀ ਹੈ, ਉਹ ਬਾਬੇ ਦੀ ਸੇਵਾ ਵਿੱਚ ਕੋਈ ਵੀ ਕਸਰ ਨਹੀਂ ਰੱਖਦੀ। ਉਹ ਹਫ਼ਤੇ 'ਚ 2 ਵਾਰੀ ਆਪਣੇ ਸਹੁਰੇ ਦੇ ਕੱਪੜੇ ਧੋਂਦੀ ਹੈ, ਸਮੇਂ 'ਤੇ ਟਾਈਮ 'ਤੇ ਉਸ ਨੂੰ ਚਾਹ ਪਾਣੀ ਦਿੰਦੀ ਹੈ। ਉਸਨੇ ਆਪਣੇ ਬੱਚਿਆਂ ਨੂੰ ਵੀ ਬਹੁਤ ਵਾਰੀ ਸਮਝਾਇਆ ਹੁੰਦਾ ਹੈ ਕਿ ਤੁਸੀਂ ਆਪਣੇ ਦਾਦੇ ਦੀ ਜਿੰਨੀ ਸੇਵਾ ਕਰੋਗੇ ਤੁਹਾਨੂੰ ਓਨਾ ਹੀ ਚੰਗਾ ਫਲ ਮਿਲੇਗਾ, ਕਿਉਂਕਿ ਵੱਡਿਆਂ ਦੀ ਆਤਮਾ ਖੁਸ਼ ਰੱਖਣ 'ਤੇ ਪਰਮਾਤਮਾ ਵੀ ਖੁਸ਼ ਹੁੰਦਾ ਹੈ। ਇੰਨਾ ਕੁਝ ਕਰਨ 'ਤੇ ਵੀ ਬੰਤ ਦੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਸੀ ਮਿਲੀ। ਬੰਤ ਕੌਣ ਹੈ? ਪ੍ਰੀਤੂ ਦੀ ਪਤਨੀ ਦਾ ਨਾਮ ਬੰਤ ਹੈ। ਬੰਤ ਦੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਮਿਲੀ ਸੀ। ਕਿਉਂਕਿ ਉਸਦਾ ਪਤੀ ਜਿਹੜਾ ਸੀ ਸ਼ਰਾਬੀ, ਜਦੋਂ ਸ਼ਰਾਬ ਪੀ ਕੇ ਸ਼ਾਮ ਨੂੰ ਘਰੇ ਆਉਂਦਾ ਸੀ ਅਤੇ ਉਹ ਉਲਟਾ ਪੁਲਟਾ ਬੋਲਣਾ ਸ਼ੁਰੂ ਕਰ ਦਿੰਦਾ ਸੀ, ਅਵਾ ਤਵਾ ਬੋਲਣਾ ਸ਼ੁਰੂ ਕਰ ਦਿੰਦਾ ਸੀ। ਉਹ ਹਮੇਸ਼ਾ ਆਪਣੀ ਪਤਨੀ ਨਾਲ ਲੜਾਈ ਝਗੜੇ ਦਾ ਕੋਈ ਨਾ ਕੋਈ ਬਹਾਨਾ ਹੀ ਲੱਭਦਾ ਰਹਿੰਦਾ ਅਤੇ ਬੱਚਿਆਂ ਨੂੰ ਵੀ ਉੱਚੀ ਗਾਲਾਂ ਕੱਢਦਾ ਸੀ, ਜਿਸ ਦੇ ਕਰਕੇ ਬਾਬਾ ਬਾਰੂ ਦਾ ਮਨ ਹਮੇਸ਼ਾ ਉਸਦੇ ਘਰੇ ਦੁਖੀ ਹੀ ਰਹਿੰਦਾ ਸੀ। ਚਾਹੇ ਉਸਦੀ ਪਤਨੀ ਉਸਦੀ ਬਹੁਤ ਸੇਵਾ ਕਰਦੀ ਸੀ, ਬੱਚੇ ਵੀ ਉਸ ਨਾਲ ਬਹੁਤ ਪਿਆਰ ਕਰਦੇ ਸਨ, ਪਰੰਤੂ ਆਪਣੇ ਪੁੱਤਰ ਦੀਆਂ ਹਰਕਤਾਂ ਨੂੰ ਦੇਖ ਕੇ ਉਹ ਹਮੇਸ਼ਾ ਉੱਥੋਂ ਦੁਖੀ ਹੀ ਰਹਿੰਦਾ ਸੀ। ਕਈ ਵਾਰੀ ਤਾਂ ਉਸਦਾ ਪੁੱਤਰ ਸ਼ਰਾਬ ਪੀ ਕੇ ਆਪਣੇ ਪਿਓ ਦੀ ਮੰਜੀ 'ਤੇ ਠੇਡਾ ਮਾਰ ਕੇ ਕਹਿੰਦਾ ਕਿ ਕਿੰਨੀ ਦੇਰ ਹਜੇ ਮੰਜੀ ਪੁੱਜਣੀ ਹੈ, ਮਤਲਬ ਉਸ ਨੂੰ ਜਲਦੀ ਮਰਨ ਵਾਸਤੇ ਕਹਿੰਦਾ ਵੀ ਤੂੰ ਇੱਥੋਂ ਜਲਦੀ ਮਰ ਕੇ ਸਾਡਾ ਖਹਿੜਾ ਛੱਡ ਦੇ। ਪਰੰਤੂ ਇਸ ਤਰ੍ਹਾਂ ਕਰਦੇ 3 ਮਹੀਨੇ ਬਹੁਤ ਦੁਖੀ ਹੋ ਕੇ ਉਹ ਆਪਣੇ ਪੁੱਤਰ ਦੇ ਘਰੇ ਰਹਿੰਦਾ ਹੈ। ਇਸ ਤੋਂ ਬਾਅਦ ਹੁਣ ਉਸ ਦੀ ਤਲੋਕੇ ਪੁੱਤਰ ਦੇ ਘਰੇ ਜਾਣ ਦੀ ਵਾਰੀ ਆ ਜਾਂਦੀ ਹੈ। 3 ਮਹੀਨੇ ਤੋਂ ਬਾਅਦ 3 ਮਹੀਨੇ ਸਮਾਂ ਆਪਣੇ
ਪ੍ਰੀਤੂ ਪੁੱਤਰ ਦੇ ਘਰੇ ਕੱਟ ਕੇ ਉਸ ਤੋਂ ਬਾਅਦ ਉਹ ਤਲੋਕੇ ਪੁੱਤਰ ਦੇ ਘਰੇ ਚਲਾ ਜਾਂਦਾ ਹੈ। ਤਲੋਕਾ ਆਪਣੇ ਪਿਤਾ ਦੀ ਇੰਨੀ ਜ਼ਿਆਦਾ ਦੇਖਭਾਲ ਕਰਦਾ ਹੈ ਕਿ ਉਸ ਨੇ ਆਪਣੇ ਪਰਿਵਾਰ ਦੇ ਵਿੱਚ ਵੀ ਸਭ ਨੂੰ ਕਹਿ ਰੱਖਿਆ ਹੁੰਦਾ ਹੈ ਕਿ ਮੇਰੇ ਪਿਤਾ ਨੂੰ ਕਿਸੇ ਕਿਸਮ ਦੀ ਕੋਈ ਵੀ ਤਕਲੀਫ ਇੱਥੇ ਨਾ ਹੋਵੇ। ਤਾਂ ਤਲੋਕੇ ਦੀ ਪਤਨੀ ਸਭ ਤੋਂ ਪਹਿਲਾਂ ਬਾਬੇ ਨੂੰ ਚਾਹ ਰੋਟੀ, ਬਾਕੀ ਪਰਿਵਾਰ ਦੀ ਬਜਾਏ ਪਹਿਲਾਂ ਆਪਣੇ ਸਹੁਰੇ ਦੀ ਸੇਵਾ ਕਰਦੀ, ਉਸ ਨੂੰ ਰੋਟੀ ਚਾਹ ਪਾਣੀ ਦਿੰਦੀ। ਉਸਦੇ ਹਰ ਰੋਜ਼ ਉੱਥੇ ਕੱਪੜੇ ਧੋਤੇ ਜਾਂਦੇ ਅਤੇ ਕੱਪੜੇ ਬਦਲੇ ਜਾਂਦੇ। ਤਲੋਕਾ ਵੀ ਆਪਣੇ ਪਿਤਾ ਦੀ ਖੁਸ਼ੀ ਦਾ ਪੂਰਾ ਧਿਆਨ ਰੱਖਦਾ, ਪਰੰਤੂ ਉੱਥੇ ਉਸਨੂੰ ਤਲੋਕੇ ਨੂੰ ਇਸ ਤਰ੍ਹਾਂ ਉਸਨੂੰ ਬਾਬੇ ਬਾਰੂ ਨੂੰ ਲੱਗ ਰਿਹਾ ਸੀ ਕਿ ਮੇਰੀ ਇੱਥੇ ਇਸ ਤਰ੍ਹਾਂ ਪੂਜਾ ਹੋ ਰਹੀ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਗੁੱਗਾ ਨੌਮੀ ਦੀ ਪੂਜਾ ਕਰਦੇ ਹਾਂ। ਤਾਂ ਉੱਥੇ ਉਸ ਨੂੰ ਰਹਿ ਕੇ ਵੀ ਜ਼ਿਆਦਾ ਖੁਸ਼ੀ ਨਾ ਹੁੰਦੀ, ਚਾਹੇ ਉਸ ਦਾ ਪੁੱਤਰ ਤਲੋਕਾ ਬਹੁਤ ਜ਼ਿਆਦਾ ਵਧੀਆ ਸੀ, ਪਰੰਤੂ ਉਸ ਦੀ ਇਸ ਤਰ੍ਹਾਂ ਦੇਖਭਾਲ ਹੁੰਦੀ ਦੇਖ ਕੇ ਵੀ ਬਾਬਾ ਬਾਰੂ ਨੂੰ ਖੁਸ਼ੀ ਨਾ ਮਿਲਦੀ। ਉਸ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੇਰੀ ਇੱਥੇ ਕੋਈ ਪੂਜਾ ਹੋ ਰਹੀ ਹੋਵੇ। ਕਿਉਂ ਉਸ ਦਾ ਮਨ ਕਿਉਂ ਨਹੀਂ ਸੀ ਕਰਦਾ ਤਲੋਕੇ ਦੇ? ਕਿਉਂਕਿ ਤਲੋਕੇ ਦੀ ਤਨਖਾਹ ਬਹੁਤ ਜ਼ਿਆਦਾ ਘੱਟ ਸੀ। ਸਿਰਫ ਉਸ ਦੀ ਤਨਖਾਹ 150 ਰੁਪਇਆ ਮਹੀਨਾ ਸੀ ਅਤੇ 150 ਰੁਪਏ ਮਹੀਨੇ ਵਿੱਚ ਉਸ ਦੇ ਆਪਣੇ ਪਰਿਵਾਰ ਦਾ ਗੁਜ਼ਾਰਾ ਹੀ ਬੜੀ ਮੁਸ਼ਕਲ ਨਾਲ ਹੁੰਦਾ ਸੀ। ਅਤੇ ਕਈ ਵਾਰੀ ਜਦੋਂ ਤਲੋਕਾ ਕੰਮ 'ਤੇ ਚਲਾ ਜਾਂਦਾ ਤੇ ਉਸ ਦੀ ਪਤਨੀ ਉਸ ਨੂੰ ਤਾਨੇ ਵੀ ਮਾਰਦੀ ਕਿ ਤੂੰ ਸਾਡੇ ਵਾਸਤੇ ਕੀਤਾ ਹੀ ਕੀ ਹੈ। ਤਾਂ ਉਸ ਦੀਆਂ ਨੂੰਹ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਉਹ ਅੰਦਰੋਂ ਅੰਦਰੀ ਰੋ ਉੱਠਦਾ ਅਤੇ ਪਰੰਤੂ ਆਪਣੀ ਨੂੰਹ ਦੀਆਂ ਗੱਲਾਂ ਕਦੇ ਵੀ ਆਪਣੇ ਪੁੱਤਰ ਕੋਲ ਨਾ ਕਰਦਾ, ਕਿਉਂਕਿ ਉਸ ਨੂੰ ਇਹ ਹੁੰਦਾ ਸੀ ਵੀ ਜੇ ਮੈਂ ਆਪਣੇ ਪੁੱਤਰ ਕੋਲ ਦੱਸ ਦਿੱਤਾ ਤਾਂ ਮੇਰਾ ਪੁੱਤਰ ਮੇਰੀ ਨੂੰਹ ਨੂੰ ਆ ਕੇ ਲੜੇਗਾ ਅਤੇ ਘਰ ਵਿੱਚ ਕੋਈ ਕਲੇਸ਼ ਪਿਆ ਜਾਊਗਾ ਅਤੇ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਘਰ ਵਿੱਚ ਕੋਈ ਕਲੇਸ਼ ਪਵੇ। ਬਾਬਾ ਬਾਰੂ ਇਹ ਸੋਚ ਕੇ ਮਨ ਨੂੰ ਤਸੱਲੀ ਦੇ ਦਿੰਦਾ ਕਿ ਤਲੋਕੇ ਦੀ ਪਤਨੀ ਠੀਕ ਤਾਂ ਕਹਿੰਦੀ ਹੈ, ਤਲੋਕੇ ਦੀ ਤਨਖਾਹ ਵੀ ਸਾਰੀ 150 ਰੁਪਇਆ ਹੈ ਅਤੇ ਉਸਦੇ ਆਪਣੇ ਬੱਚੇ ਵੀ ਉਸਨੇ ਪਾਲਨੇ ਹਨ। ਬਾਬਾ ਸਾਰਾ ਦਿਨ ਸੋਚਾਂ ਦੀ ਉਧੇੜ ਬੁਣ ਵਿੱਚ ਹੀ ਬੈਠਾ ਰਹਿੰਦਾ। ਉਹ ਸੋਚਦਾ ਕਿ ਮੈਂ ਆਪਣੀ ਜਿਹੜੀ ਸਾਰੀ ਜ਼ਮੀਨ ਹੈ ਉਸ ਵਿੱਚੋਂ ਅੱਧੀ ਜ਼ਮੀਨ ਤਲੋਕੇ ਦੇ ਨਾਮ ਲਗਾ ਦੇਵਾਂ, ਕਿਉਂਕਿ ਤਲੋਕੇ ਦੀ ਤਨਖਾਹ ਉਸ ਦੀ ਕਮਾਈ ਘੱਟ ਹੈ। ਅਤੇ ਉਸ ਦਾ ਛੋਟਾ ਪੁੱਤਰ ਦਿਆਲਾ, ਜਿਹੜਾ ਕਿ ਪਿੰਡ ਵਿੱਚ ਸਾਰੀ ਜ਼ਮੀਨ ਬਾਬੇ ਦੀ ਸਾਰੀ ਜ਼ਮੀਨ ਉਹ ਵਾਹੁੰਦਾ ਸੀ, ਅਤੇ ਉਸ ਦੇ ਮਨ ਦੇ ਵਿੱਚ ਵੀ ਬੇਈਮਾਨੀ ਆ ਗਈ। ਉਸ ਨੂੰ ਇਹ ਹੋ ਗਿਆ ਮੇਰੇ ਬਾਕੀ ਸਾਰੇ ਭਰਾ ਤਾਂ ਬਾਹਰ ਹੀ ਰਹਿੰਦੇ ਹਨ, ਉਹ ਅਲੱਗ-ਅਲੱਗ ਥਾਵਾਂ 'ਤੇ ਰਹਿੰਦੇ ਹਨ ਅਤੇ ਜਿਹੜਾ ਜ਼ਮੀਨ ਸਾਰੀ ਮੈਂ ਹੀ ਵਾਹੁੰਦਾ ਹਾਂ ਅਤੇ ਇਸ ਕਰਕੇ ਸਾਰੀ ਜ਼ਮੀਨ ਦਾ ਹੱਕਦਾਰ ਮੈਂ ਹੀ ਹਾਂ। ਅਤੇ ਉਹ ਪਟਵਾਰੀ ਨੂੰ ਨਾਲ ਰਲ ਕੇ ਉਹ ਧੋਖੇ ਦੇ ਨਾਲ ਸਾਰੀ ਜ਼ਮੀਨ ਆਪਣੇ ਨਾਮ ਕਰਵਾਉਣਾ ਚਾਹੁੰਦਾ ਸੀ। ਬਾਬੇ ਬਾਰੂ ਦਾ ਐਡਾ ਵੱਡਾ ਪਰਿਵਾਰ ਸੀ ਕਿ ਪਿੰਡ ਵਾਲੇ ਪਹਿਲਾਂ ਜਦੋਂ ਸਾਰੇ ਇਕੱਠੇ ਰਹਿੰਦੇ ਸਨ ਤਾਂ ਸਾਰੇ ਪਿੰਡ ਵਾਲੇ ਬਾਬੇ ਬਾਰੂ ਦੇ ਪਰਿਵਾਰ ਨੂੰ ਵੱਡਾ ਪਰਿਵਾਰ ਵਾਲੇ ਕਹਿ ਕੇ ਬੁਲਾਉਂਦੇ ਸਨ। ਜਦੋਂ ਕਦੇ ਉਹ ਆਪਣੇ ਪੋਤੇ ਪੋਤੀਆਂ ਵਿੱਚ ਬੈਠਾ ਹੁੰਦਾ ਸੀ ਤਾਂ ਕਈ ਵਾਰੀ ਉਹ ਇਹ ਵੀ ਭੁੱਲ ਜਾਂਦਾ ਸੀ ਵੀ ਕਿਹੜਾ ਪੁੱਤਰ ਦਿਆਲੇ ਦਾ ਹੈ, ਕਿਹੜਾ ਪੁੱਤਰ ਤਲੋਕੇ ਦਾ ਹੈ, ਕਿਹੜਾ ਪੁੱਤਰ ਪ੍ਰੀਤੂ ਦਾ ਹੈ। ਵੀ ਉਸ ਦਾ ਪਰਿਵਾਰ ਇੰਨਾ ਖੁਸ਼ਹਾਲ ਸੀ, ਪਰੰਤੂ ਪਤਨੀ ਦੀ ਮੌਤ ਤੋਂ ਬਾਅਦ ਸਾਰਾ ਖੇਰੂ ਬਖੇਰੂ ਹੋ ਜਾਂਦਾ ਹੈ। ਆਪਣੇ ਪਤੀ ਦੇ ਜਿਉਂਦਿਆਂ ਬਾਬਾ ਬਾਰੂ ਆਪਣੇ ਪਿੰਡ ਵਿੱਚ ਹੀ ਰਹਿੰਦਾ ਸੀ ਅਤੇ ਦਿਆਲਾ ਜਿਹੜਾ ਪਿੰਡ ਵਿੱਚ ਰਹਿੰਦਾ ਸੀ, ਸਾਰੀ ਜ਼ਮੀਨ ਵਾਹੁੰਦਾ ਸੀ, ਉਸ ਨੇ ਉਹਦੀ ਮੰਜੀ ਕਿੱਥੇ ਰੱਖੀ ਹੋਈ ਸੀ? ਤੂੜੀ ਵਾਲੇ ਪਸ਼ੂਆਂ ਦੇ ਚਾਰੇ ਵਾਲੇ ਕਮਰੇ ਵਿੱਚ ਡਾਹ ਰੱਖੀ ਸੀ। ਜਦੋਂ ਬਾਬੇ ਦੀ ਪਤਨੀ ਮਰ ਜਾਂਦੀ ਹੈ ਤਾਂ ਉਸਦੀ ਮੰਜੀ ਦਾ ਟਿਕਾਣਾ ਵੀ ਕੋਈ ਨਹੀਂ ਰਹਿੰਦਾ। ਦਿਆਲਾ ਜਿਹੜਾ ਸੀ ਉਹ ਚਲਾਕੀ ਦੇ ਨਾਲ ਸਾਰੀ ਜ਼ਮੀਨ ਆਪਣੇ ਨਾਮ ਲਵਾਉਣਾ ਚਾਹੁੰਦਾ ਸੀ, ਜਿਸ ਦੇ ਕਾਰਨ ਜਦੋਂ ਦਿਆਲੇ ਦੀ ਵਾਰੀ ਆਈ ਆਪਦੇ ਘਰੇ ਲੈ ਕੇ ਆਉਣ ਦੀ ਤਾਂ ਦਿਆਲਾ ਬਾਰ-ਬਾਰ ਆਨਾਕਾਨੀ ਕਰਦਾ ਹੈ ਵੀ ਮੈਂ ਬਾਬੇ ਨੂੰ ਆਪਦੇ ਘਰੇ ਨਹੀਂ ਲੈ ਕੇ ਆਉਣਾ, ਕਿਉਂਕਿ ਉਸਦੇ ਮਨ ਦੇ ਵਿੱਚ ਚੋਰ ਹੁੰਦਾ। ਉਸਦੇ ਮਨ ਦੇ ਵਿੱਚ ਇਹ ਹੁੰਦਾ ਵੀ ਜੇ ਬਾਬਾ ਬਾਰੂ ਇੱਥੇ ਆ ਗਿਆ ਤਾਂ ਉਸ ਨੂੰ ਮੇਰੀਆਂ ਕਰਤੂਤਾਂ ਦਾ ਪਤਾ ਲੱਗ ਜਾਊਗਾ। ਕਿਹੜੀਆਂ ਕਰਤੂਤਾਂ ਦਾ ਪਤਾ ਲੱਗ ਜਾਊਗਾ? ਕਿ ਮੈਂ ਸਾਰੀ ਜ਼ਮੀਨ ਆਪਣੇ ਨਾਮ ਲਵਾਉਣਾ ਚਾਹੁੰਦਾ ਹਾਂ। ਬਾਬਾ ਬਾਰੂ ਨੇ ਆਪਣੇ 5 ਪੁੱਤਰਾਂ ਦੀ ਨਜ਼ਰ ਦੜਾਈ, ਕਿਉਂਕਿ ਉਸਦਾ 5ਵਾਂ ਪੁੱਤਰ ਤਾਂ ਹਜੇ ਵਿਆਹਿਆ ਹੀ ਨਹੀਂ ਹੋਇਆ ਸੀ, ਉਹ ਬਾਹਰ ਨੌਕਰੀ ਕਰਦਾ ਸੀ ਅਤੇ ਇਸ ਲਈ ਬਾਬੇ ਨੂੰ ਉਸ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਸੀ। ਪਰੰਤੂ ਉਸ ਨੂੰ ਆਪਣੇ 4 ਪੁੱਤਰਾਂ 'ਤੇ ਬਹੁਤ ਜ਼ਿਆਦਾ ਗਿਲਾ ਸ਼ਿਕਵਾ ਸੀ, ਕਿਉਂਕਿ ਸਾਲ ਦਾ ਅੰਤ ਆ ਚੁੱਕਿਆ ਸੀ ਅਤੇ ਬਾਬੇ ਦੀ ਵਾਰੀ ਫਿਰ ਕਿਹਨਾਂ ਦੇ ਘਰੇ ਜਾਣ ਦੀ ਹੋ ਗਈ ਸੀ? ਕਰਤਾਰੇ ਦੇ ਘਰੇ ਜਾਣ ਦੀ ਹੋ ਗਈ ਸੀ। ਉਹ ਅੰਦਰੋਂ ਅੰਦਰੀ ਬਹੁਤ ਜ਼ਿਆਦਾ ਖੁਸ਼ ਸੀ। ਕਿਉਂਕਿ ਕਰਤਾਰੇ ਦੇ ਘਰ ਦੇ ਨਾਲ ਹੀ ਉਸਦੇ ਛੋਟੇ ਭਰਾ ਦਾ ਘਰ ਸੀ, ਜਿਸ ਦੇ ਕਾਰਨ ਉਹ ਆਪਣਾ ਦੁੱਖ ਸੁੱਖ ਆਪਣੇ ਭਰਾ ਨਾਲ ਸਾਂਝਾ ਕਰਦਾ ਸੀ। ਉਹ ਅੰਦਰੋਂ ਅੰਦਰੀ ਖੁਸ਼ ਸੀ ਅਤੇ ਉਹ ਕਰਤਾਰੇ ਦੇ ਘਰੇ ਜਾਣਾ ਚਾਹੁੰਦਾ ਸੀ। ਇਸ ਕਹਾਣੀ ਦੇ ਵਿੱਚ ਕਹਾਣੀਕਾਰ ਬਚਿੰਤ ਕੌਰ ਨੇ ਇਹ ਸੁਨੇਹਾ ਦੇਣਾ ਚਾਹਿਆ ਹੈ ਕਿ ਵੱਡੇ ਪਰਿਵਾਰਾਂ ਦੇ ਮਾਪੇ ਆਪਣੇ ਬੱਚਿਆਂ ਨੂੰ ਕਦੇ ਬੋਝ ਨਹੀਂ ਸਮਝਦੇ, ਪਰੰਤੂ ਉਹੀ ਬੱਚੇ ਜਦੋਂ ਆਪ ਵੱਡੇ ਹੋ ਜਾਂਦੇ ਹਨ ਤਾਂ ਉਹਨਾਂ ਲਈ ਆਪਣੇ ਮਾਂ-ਬਾਪ ਨੂੰ ਸੰਭਾਲਣਾ ਇੱਕ ਬੋਝ ਬਣ ਜਾਂਦਾ ਹੈ ਅਤੇ ਰੋਟੀ ਦੀ ਖਾਤਰ ਆਪਣੇ ਬਾਪ ਦੀ ਵੰਡ ਕਰ ਲੈਂਦੇ ਹਨ। ਪਿਤਾ ਨੂੰ ਥਾਂ-ਥਾਂ ਧੱਕੇ ਖਾਣ ਲਈ ਮਜਬੂਰ ਕਰਦੇ ਹਨ।
ਇਸ ਕਰਕੇ ਹੀ ਕਹਾਣੀ ਦੇ ਅੰਤ ਵਿੱਚ ਬਾਬਾ ਬਾਰੂ ਸੋਚਦਾ ਹੈ ਕਿ ਦੁੱਧ ਅਤੇ ਪੁੱਤ ਫਿਟਣ ਲੱਗਿਆਂ ਦੇਰ ਨਹੀਂ ਲੱਗਦੀ। ਕਹਾਣੀਕਾਰ ਅਜਿਹੇ ਸਮਾਜ ਉੱਪਰ ਤਿੱਖਾ ਵਿਅੰਗ ਕਰਦਾ ਹੈ ਕਿ ਜਿਸ ਵਿੱਚ ਬੱਚੇ ਮਾਪਿਆਂ ਨੂੰ ਬਹੁਤ ਸਮਝਦੇ ਹਨ ਅਤੇ ਉਹਨਾਂ ਨੂੰ ਵਡੇਰੀ ਉਮਰ ਵਿੱਚ ਰੁਲਣ ਲਈ ਮਜਬੂਰ ਕਰਦੇ ਹਨ। ਬੱਚਿਓ, ਇਹ ਕਹਾਣੀ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਲਈ ਹੈ। ਸਾਨੂੰ ਇਸ ਗੱਲ ਦਾ ਸੁਨੇਹਾ ਦਿੰਦੀ ਹੈ ਕਿ ਅਸੀਂ ਵੀ ਇੱਕ ਦਿਨ ਸਾਡੇ 'ਤੇ ਵੀ ਬੁਢਾਪਾ ਆਉਣਾ ਹੈ। ਅਸੀਂ ਆਪਣੇ ਬਜ਼ੁਰਗਾਂ ਨੂੰ ਨਾ ਰੁਲਣ ਦਈਏ ਅਤੇ ਉਹਨਾਂ ਦੀ ਸਾਂਭ ਸੰਭਾਲ ਕਰੀਏ ਅਤੇ ਉਹਨਾਂ ਦਾ ਵੱਧ ਤੋਂ ਵੱਧ ਜੋ ਉਹਨਾਂ ਨੇ ਸਾਡੇ ਲਈ ਕੀਤਾ ਹੈ ਅਸੀਂ ਉਹਨਾਂ ਦਾ ਦੇਣਾ ਸਾਰੀ ਉਮਰ ਨਹੀਂ ਦੇ ਸਕਦੇ। ਅੱਜ ਆਪਾਂ ਇਹਦੇ ਵਿੱਚੋਂ ਪਾਠ ਨਾਲ ਸੰਬੰਧਿਤ ਪ੍ਰਸ਼ਨ ਉੱਤਰ, ਛੋਟੇ ਪ੍ਰਸ਼ਨ ਉੱਤਰ ਕਰਾਂਗੇ ਕਿਉਂਕਿ ਇਸ ਵਿੱਚ ਤੁਹਾਨੂੰ 1-1 ਨੰਬਰ ਅਤੇ 2-2 ਨੰਬਰ ਵਾਲੇ ਕੁਐਸਚਨ ਆਉਣੇ ਹਨ। ਸਭ ਤੋਂ ਪਹਿਲਾਂ ਇਸ ਕਹਾਣੀ ਦੇ ਮੈਂ ਕੁਐਸਚਨ ਬੋਲਦੀ ਹਾਂ। ਦੁੱਧ ਤੇ ਪੁੱਤ ਕਹਾਣੀ ਕਿਸ ਦੁਆਰਾ ਲਿਖੀ ਗਈ ਹੈ? ਇਹ ਬਚਿੰਤ ਕੌਰ ਦੁਆਰਾ ਲਿਖੀ ਗਈ ਹੈ। ਕਿਹੜੇ ਮਹੀਨੇ ਦੀ 5 ਤਰੀਕ ਤੋਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ? ਮਈ ਮਹੀਨੇ ਦੀ 5 ਤਰੀਕ ਤੋਂ। ਬਜ਼ੁਰਗ ਬਾਬੇ ਦਾ ਕੀ ਨਾਮ ਹੈ? ਬਾਬਾ ਬਾਰੂ। ਬਾਬਾ ਬਾਰੂ ਨੇ ਕਿਸ ਨੂੰ ਹਿੰਮਤ ਕਰਕੇ ਕਿਹਾ ਕਿ ਉਹ ਬਾਹਰਲੇ ਘਰ ਨਹੀਂ ਜਾਣਾ ਚਾਹੁੰਦਾ? ਆਪਣੇ ਪੁੱਤਰ ਕਰਤਾਰੇ ਨੂੰ। 5 ਭਰਾਵਾਂ ਨੇ ਬਾਬਾ ਬਾਰੂ ਨੂੰ ਕਿੰਨੇ ਮਹੀਨੇ ਰੋਟੀ ਖਵਾਉਣ ਲਈ ਫੈਸਲਾ ਕੀਤਾ? 3 ਮਹੀਨੇ। ਬਾਹਰਲੇ ਘਰ ਵਿੱਚ ਬਾਰੂ ਦਾ ਕਿਹੜਾ ਪੁੱਤਰ ਰਹਿੰਦਾ ਸੀ? ਪ੍ਰੀਤੂ। ਪ੍ਰੀਤੂ ਦੀ ਵਹੁਟੀ ਦਾ ਕੀ ਨਾਮ ਸੀ? ਬੰਦ। ਬਾਬਾ ਬਾਰੂ ਦਾ ਕਿਹੜਾ ਪੁੱਤਰ ਸ਼ਰਾਬੀ ਸੀ ਅਤੇ ਦਾਰੂ ਪੀ ਕੇ ਆਪਣੀ ਘਰਵਾਲੀ ਅਤੇ ਬੱਚਿਆਂ ਨੂੰ ਆਵਾ-ਤਾਵਾ ਬੋਲਦਾ ਸੀ? ਪ੍ਰੀਤੂ। ਪ੍ਰੀਤੂ ਪੁੱਤਰ ਜਿਸ ਦੀ ਪਤਨੀ ਦਾ ਨਾਮ ਬੰਤ ਕੌਰ ਸੀ। ਕਿਸ ਦੀ ਵਹੁਟੀ ਸਭ ਤੋਂ ਪਹਿਲਾਂ ਬਾਬੇ ਨੂੰ ਰੋਟੀ ਪਰੋਸਦੀ ਸੀ? ਤਲੋਕੇ ਦੀ। ਤਲੋਕਾ ਬਾਬੇ ਦੀ ਸੇਵਾ ਵਿੱਚ ਕਿਸ ਉੱਪਰ ਸਖਤ ਨਜ਼ਰ ਰੱਖਦਾ ਸੀ? ਆਪਣੀ ਘਰਵਾਲੀ ਉੱਤੇ। ਤਲੋਕੇ ਦੀ ਤਨਖਾਹ ਕਿੰਨੀ ਸੀ? 150 ਰੁਪਏ। ਦਿਆਲਾ ਕਿਸ ਨਾਲ ਮਿਲ ਕੇ ਸਾਰੀ ਜ਼ਮੀਨ ਹਥਿਆਉਣ ਨੂੰ ਫਿਰਦਾ ਸੀ? ਪਟਵਾਰੀ ਨਾਲ। ਕਿਸ ਨਾਲ ਮਿਲ ਕੇ? ਪਟਵਾਰੀ ਨਾਲ। ਪਿੰਡ ਦੇ ਲੋਕ ਬਾਬੇ ਬਾਰੂ ਨੂੰ ਪਿੰਡ ਵਿੱਚ ਕੀ ਕਹਿ ਕੇ ਬੁਲਾਉਂਦੇ ਸਨ? ਵੱਡੇ ਪਰਿਵਾਰ ਵਾਲਾ। ਕੀ ਕਹਿ ਕੇ ਬੁਲਾਉਂਦੇ ਸਨ? ਵੱਡੇ ਪਰਿਵਾਰ ਵਾਲਾ। ਬਾਰੂ ਬਾਬੇ ਦਾ ਕਿਹੜਾ ਭਰਾ ਆਪਣੇ ਇਕਲੌਤੇ ਪੁੱਤਰ ਕੋਲ ਰਹਿ ਰਿਹਾ ਸੀ? ਉਸਦਾ ਛੋਟਾ ਭਰਾ। ਬਾਬਾ ਬਾਰੂ ਦਾ ਛੋਟਾ ਭਰਾ ਆਪਣੇ ਇਕਲੌਤੇ ਪੁੱਤਰ ਨਾਲ ਰਹਿ ਰਿਹਾ ਸੀ। ਇਸ ਕਹਾਣੀ ਵਿੱਚ ਬਾਬੇ ਬਾਰੂ ਦੇ ਕਿੰਨੇ ਪੁੱਤਰ ਹਨ? 5 ਪੁੱਤਰ ਹਨ। ਮਾਂ ਦੇ ਮਰਨ ਤੋਂ ਬਾਅਦ ਪੁੱਤਰਾਂ ਨੇ ਕੀ ਫੈਸਲਾ ਕੀਤਾ? ਮਾਂ ਦੇ ਮਰਨ ਤੋਂ ਬਾਅਦ ਪੁੱਤਰਾਂ ਨੇ ਇਹ ਫੈਸਲਾ ਕੀਤਾ ਕਿ ਉਹ 3 ਮਹੀਨੇ ਬਾਬੇ ਨੂੰ ਆਪਣੇ ਕੋਲ ਰੱਖ ਕੇ ਰੋਟੀ ਖਵਾਉਣਗੇ। ਦੁੱਧ ਤੇ ਪੁੱਤ ਕਹਾਣੀ ਵਿੱਚ ਕਿਸ ਦੀ ਦੁੱਖ ਭਰੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ? ਬਾਬੇ ਬਾਰੂ ਦੀ। ਬਾਹਰਲੇ ਘਰੋਂ ਕਿਸ ਨੂੰ ਲੈਣ ਕੋਈ ਨਹੀਂ ਆਇਆ? ਬਾਰੂ ਬਾਬੇ ਨੂੰ। ਕਰਤਾਰ ਸਿੰਘ ਦੀ ਘਰਵਾਲੀ ਦਾ ਕੀ ਨਾਮ ਸੀ? ਵਿਦਿਆ। ਪ੍ਰੀਤੂ ਦੀ ਵਹੁਟੀ ਕਿਸ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਸੀ ਛੱਡਦੀ? ਬਾਬੇ ਬਾਰੂ ਦੀ। ਕਿਸ ਦਾ ਪਤੀ ਸ਼ਰਾਬੀ ਸੀ? ਬੰਤ ਦਾ। ਬਾਬੇ ਬਾਰੂ ਦੀ ਉਮਰ ਕਿੰਨੇ ਕੁ ਵਰ੍ਹਿਆਂ ਦੀ ਸੀ? 80 ਵਰ੍ਹਿਆਂ ਦੀ। ਕਿੰਨਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਬਾਬੇ ਬਾਰੂ ਦਾ ਮਨ ਅੰਦਰੋਂ ਅੰਦਰੀ ਰੋਂ ਉੱਠਦਾ ਸੀ? ਨੂੰਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ। ਕਈ ਵਾਰੀ ਬਾਰੂ ਬਾਬੇ ਦਾ ਦਿਲ ਅੱਧੀ ਜ਼ਮੀਨ ਕਿਸ ਦੇ ਨਾਮ ਲਗਵਾਉਣ ਨੂੰ ਕਰਦਾ ਸੀ? ਤਲੋਕੇ ਦੀ। ਕਿਉਂ? ਕਿਉਂਕਿ ਉਸ ਦਾ ਪੁੱਤਰ ਬਹੁਤ ਚੰਗਾ ਸੀ ਅਤੇ ਉਸ ਦੀ ਤਨਖਾਹ ਜਿਹੜੀ ਸੀ ਸਿਰਫ 150 ਰੁਪਇਆ ਹੀ ਸੀ। ਉਸਦਾ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ। ਇਸ ਕਰਕੇ ਬਾਬਾ ਬਾਰੂ ਸੋਚਦਾ ਸੀ, ਕਈ ਵਾਰ ਸੋਚਦਾ ਸੀ ਕਿ ਮੈਂ ਆਪਣੀ ਅੱਧੀ ਜ਼ਮੀਨ ਤਲੋਕੇ ਦੇ ਨਾਮ ਲਗਵਾ ਲਵਾਂ, ਪਰੰਤੂ ਕਿਉਂ ਨਹੀਂ ਲਗਵਾ ਸਕਿਆ? ਕਿਉਂਕਿ ਉਸ ਨੂੰ ਡਰ ਸੀ ਕਿ ਉਸਦੇ ਬਾਕੀ ਪੁੱਤਰ ਉਸ ਨਾਲ ਲੜਾਈ ਝਗੜਾ ਕਰਨਗੇ। ਸਾਰੀ ਜ਼ਮੀਨ ਨੂੰ ਕੌਣ ਵਾਹੁੰਦਾ ਸੀ? ਦਿਆਲਾ। ਬਾਬੇ ਬਾਰੂ ਨੂੰ ਪਿੰਡ ਵਿੱਚ ਬੁਲਾ ਕੇ ਕੌਣ ਖੁਸ਼ ਨਹੀਂ ਸੀ? ਦਿਆਲਾ। ਕਿਉਂਕਿ ਉਸ ਨੂੰ ਇਹ ਸੀ ਵੀ ਜੇ ਮੈਂ ਬਾਬੇ ਨੂੰ ਬੁਲਾ ਲਿਆ ਤਾਂ ਬਾਬੇ ਨੂੰ ਮੇਰੀਆਂ ਕਰਤੂਤਾਂ ਦਾ ਪਤਾ ਲੱਗ ਜਾਏਗਾ। ਕਿਹੜੀਆਂ ਕਰਤੂਤਾਂ? ਕਿ ਮੈਂ ਪਿੰਡ ਦੇ ਪਟਵਾਰੀ ਨਾਲ ਮਿਲ ਕੇ ਸਾਰੀ ਜ਼ਮੀਨ ਆਪਣੇ ਨਾਮ ਕਰਵਾ ਜਾ ਰਿਹਾ ਹਾਂ। ਬਾਬੇ ਬਾਰੂ ਦਾ 5ਵਾਂ ਪੁੱਤਰ ਕੀ ਕਰਦਾ ਸੀ? ਬਾਹਰਲੇ ਦੇਸ਼ ਵਿੱਚ ਨੌਕਰੀ ਕਰਦਾ ਸੀ। ਸਾਲ ਦੇ ਅੰਤ ਵਿੱਚ ਬਾਬੇ ਬਾਰੂ ਦੀ ਵਾਰੀ ਕਿਸ ਘਰੇ ਜਾਣ ਦੀ ਆ ਗਈ? ਕਰਤਾਰੇ ਦੀ ਘਰੇ। ਜਿੱਥੋਂ ਸ਼ੁਰੂ ਹੋਈ ਸੀ ਮਈ ਮਹੀਨੇ ਤੋਂ ਤੇ ਸਾਲ ਦੇ ਅੰਤ ਵਿੱਚ ਉੱਥੇ ਹੀ ਕਰਤਾਰੇ ਦੇ ਘਰੇ ਹੀ ਆ ਗਈ ਵਾਰੀ।
इस कहानी के सिरलेख तो की भाव है? जो कहानीकार ने लिखा है, बचिंत कौर ने लिखा है, इस कहानी का सिरलेख दुੱਧ ते पुੱਤ क्यों रखा गया है? ਦੁੱਧ ਤੇ ਪੁੱਤ कहानी के सिरलेख तो भाव है कि ਦੁੱਧ ते पुੱਤ जेकर ठीक रहन तो बहुत वधिया है, परंतु इन्हां दा फिटन लग्या भाव खराब होने का पता नहीं लगता। ना तो दुੱਧ ਦੇ खराब होने का पता चलता भी कदों खराब हो जाना है, ਅਤੇ ना ही ਵਿਆਹ तो बाद पुੱਤ का पता चलता इन्हें कदों विगड़ जाना है। विद्या बारू नाल बाबा बारू नाल औखी होके क्यों बोलती सी? विद्या कौन सी? करतारे की पत्नी। क्यों औखी होके बोलती सी? क्योंकि 3 महीने बीत चुके सन ਅਤੇ ਉਸਨੂੰ ਬਾਹਰਲੇ ਘਰੋਂ ਹਲੇ ਲੈਣ ਵਾਸਤੇ ਕੋਈ ਨਹੀਂ ਸੀ ਆਇਆ, ਜਿਸ ਦੇ ਕਾਰਨ ਅਤੇ ਨਾ ਹੀ ਬਾਬਾ ਬਾਰੂ ਆਪ ਬਾਹਰਲੇ ਘਰ ਜਾਣ ਲਈ ਤਿਆਰ ਸੀ, ਜਿਸ ਦੇ ਕਾਰਨ ਵਿਦਿਆ ਬਾਬਾ ਬਾਰੂ ਨਾਲ ਔਖੀ ਹੋ ਕੇ ਬੋਲਦੀ ਸੀ। ਪ੍ਰੀਤੂ ਦੇ ਘਰ ਜਾਣ ਨੂੰ ਬਾਬਾ ਬਾਰੂ ਦੀ ਰੂਹ ਕਿਉਂ ਨਹੀਂ ਸੀ ਮੰਨਦੀ? ਪ੍ਰੀਤੂ ਦੇ ਘਰ ਜਦੋਂ ਕਿ ਉਸਦੀ ਪਤਨੀ ਬਹੁਤ ਉਹਦੀ ਸੇਵਾ ਕਰਦੀ ਸੀ, ਪਰੰਤੂ ਫਿਰ ਵੀ ਪ੍ਰੀਤੂ ਦੇ ਘਰ ਉਸਦੀ ਜਾਣ ਨੂੰ ਉਸਦਾ ਮਨ ਕਿਉਂ ਨਹੀਂ ਸੀ ਕਰਦਾ? ਕਿਉਂਕਿ ਪ੍ਰੀਤੂ ਦੀ ਵਹੁਟੀ ਤਾਂ ਭਾਵੇਂ ਬਾਬੇ ਦੀ ਬਹੁਤ ਸੇਵਾ ਕਰਦੀ ਸੀ, ਬੱਚੇ ਵੀ ਉਸਦਾ ਆਖਿਆ ਮੰਨਦੇ ਸਨ, ਪਰੰਤੂ ਉਸਦਾ ਆਪਣਾ ਪੁੱਤਰ ਬਹੁਤ ਜ਼ਿਆਦਾ ਸ਼ਰਾਬੀ ਸੀ। ਉਹ ਜਦੋਂ ਵੀ ਸ਼ਾਮ ਨੂੰ ਘਰੇ ਆਉਂਦਾ ਸੀ ਤਾਂ ਸਾਰੇ ਹੀ ਟੱਬਰ ਵਿੱਚ ਕਲੇਸ਼ ਪਾਉਂਦਾ ਸੀ, ਜਿਸ ਕਰਕੇ ਪ੍ਰੀਤੂ ਦਾ ਮਨ ਪ੍ਰੀਤੂ ਬਾਬਾ ਬਾਰੂ ਨੂੰ ਆਪਣੇ ਘਰੇ ਬੁਲਾ ਕੇ ਰਾਜੀ ਨਹੀਂ ਸੀ ਅਤੇ ਬਾਬਾ ਬਾਰੂ ਉਸਦੇ ਘਰੇ ਜਾਣ ਕੇ ਰਾਜੀ ਨਹੀਂ ਸੀ। ਆਪਣੇ ਛੋਟੇ ਭਰਾ ਵੱਲੋਂ ਬਾਬਾ ਬਾਰੂ ਕਿਉਂ ਖੁਸ਼ ਸੀ? ਛੋਟਾ ਭਰਾ, ਬਾਬਾ ਬਾਰੂ ਦਾ ਛੋਟਾ ਭਰਾ ਜਿਹੜਾ ਕਰਤਾਰੇ ਦੇ ਘਰ ਕੋਲ ਰਹਿੰਦਾ ਸੀ, ਬਾਬਾ ਬਾਰੂ ਦਾ ਛੋਟਾ ਭਰਾ ਇਕਲੌਤੇ ਪੁੱਤਰ ਕੋਲ ਰਹਿੰਦਾ ਸੀ, ਕਿਉਂਕਿ ਉਸਦਾ ਇੱਕੋ ਇੱਕ ਹੀ ਪੁੱਤਰ ਸੀ ਅਤੇ ਉਸਨੂੰ ਰੋਟੀ ਵਾਸਤੇ ਅਲੱਗ-ਅਲੱਗ ਥਾਵਾਂ 'ਤੇ ਨਹੀਂ ਸੀ ਜਾਣਾ ਪੈਂਦਾ ਅਤੇ ਉਸਦਾ ਇਕਲੌਤਾ ਪੁੱਤਰ ਆਪਣੇ ਪਿਤਾ ਦੀ ਬਹੁਤ ਸੇਵਾ ਕਰਦਾ ਸੀ, ਜਿਸ ਕਾਰਨ ਬਾਬਾ ਬਾਰੂ ਆਪਣੇ ਛੋਟੇ ਭਰਾ ਵੱਲੋਂ ਬਹੁਤ ਜ਼ਿਆਦਾ ਖੁਸ਼ ਸੀ। ਉਸਦਾ ਪੁੱਤਰ ਆਪਣੇ ਮਾਪਿਆਂ ਦਾ ਆਗਿਆਕਾਰੀ ਪੁੱਤਰ ਸੀ। ਦਿਆਲਾ ਆਪਣੇ ਮਾਂ-ਬਾਪ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦਾ ਸੀ? ਦਿਆਲਾ ਜਿਹੜਾ ਪਿੰਡ 'ਚ ਰਹਿੰਦਾ ਸੀ, ਸਾਰੀ ਜ਼ਮੀਨ ਵਾਹੁੰਦਾ ਸੀ, ਉਹ ਆਪਣੇ ਮਾਂ-ਬਾਪ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਦਾ ਸੀ? ਦਿਆਲਾ ਜਿਹੜਾ ਸੀ ਆਪਣੇ ਮਾਂ-ਬਾਪ ਨਾਲ ਕੋਈ ਵਧੀਆ ਸਲੂਕ ਨਹੀਂ ਸੀ ਕਰਦਾ। ਜਦੋਂ ਉਸਦੀ ਮਾਂ ਜਿਉਂਦੀ ਸੀ ਤਾਂ ਉਹ ਪਿੰਡ ਵਿੱਚ ਹੀ ਰਹਿੰਦੇ ਸਨ। ਬਾਬਾ ਬਾਰੂ ਅਤੇ ਉਸਦੀ ਪਤਨੀ ਪਿੰਡ ਵਿੱਚ ਹੀ ਰਹਿੰਦੇ ਸਨ। ਦਿਆਲੇ ਨੇ ਆਪਣੀ ਮਾਂ ਦੀ ਮੰਜੀ ਪਸ਼ੂਆਂ ਦੇ ਚਾਰੇ ਵਾਲੇ ਕਮਰੇ ਵਿੱਚ ਡਾਹੀ ਹੋਈ ਸੀ। ਜਿੱਥੇ ਪਸ਼ੂ ਡੰਗਰ ਬੰਨ੍ਹੇ ਜਾਂਦੇ ਹਨ, ਉੱਥੇ ਉਸ ਨੇ ਆਪਣੀ ਮਾਂ ਦੀ ਮੰਜੀ ਡਾਹੀ ਹੋਈ ਸੀ, ਪਰ ਜਦੋਂ ਬਾਰੂ ਦੀ ਘਰਵਾਲੀ ਮਰ ਗਈ ਤਾਂ ਮੰਜੀ ਦਾ ਵੀ ਕੋਈ ਟਿਕਾਣਾ ਨਾ ਰਿਹਾ। ਨੂੰਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਬਾਬਾ ਬਾਰੂ ਕੀ ਸੋਚਦਾ ਸੀ? ਕਈ ਵਾਰੀ ਆਪਣੀਆਂ ਨੂੰਹਾਂ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਬਾਬਾ ਬਾਰੂ ਅੰਦਰੋਂ ਅੰਦਰੀ ਰੋਂ ਉੱਠਦਾ ਸੀ। ਉਸਦਾ ਕਈ ਵਾਰੀ ਜੀਅ ਕਰਦਾ ਸੀ ਕਿ ਆਪਣੇ 5 ਪੁੱਤਰਾਂ ਨੂੰ ਛੱਡ ਕੇ ਕਿਤੇ ਦੂਰ ਚਲਿਆ ਜਾਵੇ। ਉਹ ਨਾ ਆਪਣੀਆਂ ਨੂੰਹਾਂ ਨੂੰ ਕੁਝ ਕਹਿੰਦਾ ਅਤੇ ਨਾ ਹੀ ਆਪਣੇ ਪੁੱਤਰਾਂ ਨੂੰ ਕੁਝ ਕਹਿੰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਮੇਰੇ ਕਰਕੇ ਘਰ ਵਿੱਚ ਕੋਈ ਕਲੇਸ਼ ਖੜਾ ਹੋ ਜਾਵੇ। ਇਸ ਤਰ੍ਹਾਂ ਬੱਚਿਓ, ਆਪਾਂ ਇਹ ਸਾਰਾ ਚੈਪਟਰ ਪੜ੍ਹਿਆ, ਦੁੱਧ ਤੇ ਪੁੱਤ, ਅਤੇ ਉਸਦੇ ਕੁਐਸਚਨ ਆਨਸਰ ਕੀਤੇ। ਇਹਨਾਂ ਦੇ ਵਿੱਚੋਂ ਤੁਹਾਨੂੰ 1-1 ਨੰਬਰ ਅਤੇ 2-2 ਨੰਬਰ ਵਾਲੇ ਕੁਐਸਚਨ ਆਉਣਗੇ, ਜਿਸ ਕਰਕੇ ਆਪਾਂ ਨੂੰ ਵੱਡੇ ਪ੍ਰਸ਼ਨ ਇਸ 'ਤੇ ਕਰਨ ਦੀ ਕੋਈ ਜ਼ਰੂਰਤ ਨਹੀਂ। ਇਸ ਚੈਪਟਰ ਨੂੰ, ਇਸ ਕਹਾਣੀ ਨੂੰ ਤੁਸੀਂ ਧਿਆਨ ਨਾਲ ਪੜ੍ਹਨਾ ਅਤੇ ਸਮਝਣਾ ਅਤੇ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੀ ਅਪਲਾਈ ਕਰਨਾ ਹੈ ਵੀ ਕਿਸ ਤਰ੍ਹਾਂ ਜਦੋਂ ਬਜ਼ੁਰਗਾਂ ਨੂੰ ਰੋਲਿਆ ਜਾਂਦਾ ਹੈ ਅਤੇ ਉਹਨਾਂ ਦੀ ਅੰਦਰੋਂ ਆਤਮਾ ਕਿੰਨੀ ਦੁਖੀ ਹੁੰਦੀ ਹੈ। ਅਤੇ ਇਸ ਵਿੱਚ ਇਸ ਦੇ ਪੁੱਤਰਾਂ ਦੇ ਨਾਮ, ਉਹਨਾਂ ਦੀਆਂ ਪਤਨੀਆਂ ਦੇ ਨਾਮ ਅਤੇ ਕਿਸੇ ਦੇ ਘਰ ਜਾ ਕੇ ਉਸ ਨੂੰ ਉੱਥੇ ਜਾ ਕੇ ਕਿਸ ਤਰ੍ਹਾਂ ਲੱਗਦਾ ਸੀ, ਕਿਸ ਦੇ ਘਰ ਜਾ ਕੇ ਉਸਦਾ ਕਿੰਨਾ ਸਤਿਕਾਰ ਹੁੰਦਾ ਸੀ, ਇਸ ਬਾਰੇ ਪੂਰਾ ਧਿਆਨ ਨਾਲ ਪੜ੍ਹਨਾ, ਕਿਉਂਕਿ 1 ਵਰਡ ਕੁਐਸਚਨ ਆਉਣਗੇ ਅਤੇ 2-2 ਨੰਬਰ ਵਾਲੇ ਕੁਐਸਚਨ ਆਉਣਗੇ ਅਤੇ 1 ਵਰਡ ਵਾਲੇ ਕੁਐਸਚਨ ਸਾਰੇ ਚੈਪਟਰ ਵਿੱਚੋਂ ਕੋਈ ਵੀ ਕੁਐਸਚਨ ਕਿਤੋਂ ਵੀ ਆ ਸਕਦਾ ਹੈ। ਇਸ ਚੈਪਟਰ ਨੂੰ ਤੁਸੀਂ ਸਾਰਿਆਂ ਨੇ ਬਹੁਤ ਹੀ ਧਿਆਨ ਦੇ ਨਾਲ ਪੜ੍ਹਨਾ ਹੈ। ਧੰਨਵਾਦ ਬੇਟੇ। ਜੇ ਫਿਰ ਵੀ ਕੋਈ ਪ੍ਰੋਬਲਮ ਹੋਈ, ਆਪਾਂ ਅਗਲੀ ਕਲਾਸ ਦੇ ਵਿੱਚ ਇਸ ਨੂੰ ਦੁਬਾਰਾ ਫਿਰ ਰਿਪੀਟ ਕਰਾਂਗੇ। ਠੀਕ ਹੈ ਜੀ, ਥੈਂਕ ਯੂ।